Good morning students. Today we will do second chapter from साहित्यिक रंग परदेस नातू तोरी बाबला। ये रचना बंस ਸਿੰਘ ਚੱਠਾ जी ਦੀ है। इस कहानी ਵਿੱਚ ਕਹਾਣੀਕਾਰ ਆਪਣੀ ਧੀ ਰਾਣੀ ਦਾ ਵਿਆਹ ਵਿਦੇਸ਼ ਵਿੱਚ ਕਰਨਾ ਚਾਹੁੰਦਾ ਹੈ, ਜੋ ਕਿ ਖੁਦ ਵੀ ਵਿਦੇਸ਼ ਜਾਣ ਦਾ ਚਾਹਵਾਨ ਹੁੰਦਾ ਹੈ। ਉਸ ਦੀ ਬੇਟੀ ਪੜ੍ਹੀ ਲਿਖੀ ਹੈ, MA B.Ed ਹੈ ਅਤੇ ਉਹ ਉਸ ਨੂੰ ਖੁਸ਼ਹਾਲ ਵੇਖਣਾ ਚਾਹੁੰਦਾ ਹੈ ਕਿ ਉਸ ਦਾ ਮੰਨਣਾ ਹੈ ਕਿ ਵਿਦੇਸ਼ ਦਾ ਮੁੰਡਾ ਲੱਭ ਕੇ ਉਸ ਦਾ ਵਿਆਹ ਕਰ ਦਈਏ ਅਤੇ ਅਸੀਂ ਸੁੱਖ ਦਾ ਸਾਹ ਲਈਏ। ਇਸ ਇੱਕ ਹੋਰ ਕਾਰਨ ਇਹ ਵੀ ਹੈ ਕਿ ਜੋ ਕਹਾਣੀਕਾਰ ਹੈ ਉਹ ਆਪਣੀ ਧੀ ਦੀ ਬੇਰੁਜ਼ਗਾਰੀ ਦੇ ਕਾਰਨ ਵੀ ਚਿੰਤਾ ਵਿੱਚ ਰਹਿੰਦਾ ਹੈ ਕਿ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਅਤੇ ਉਹ ਬੇਰੁਜ਼ਗਾਰ ਹੀ ਘੁੰਮਦੇ ਰਹਿੰਦੇ ਹਨ ਅਤੇ ਵਿਦੇਸ਼ ਵਿੱਚ ਜਾ ਕੇ ਉਹ ਆਪਣਾ ਸਟੈਂਡ ਹੋ ਸਕਦੀ ਹੈ, ਕਾਮਯਾਬ ਹੋ ਜਾਏਗੀ। ਜੋ ਕਹਾਣੀਕਾਰ ਦੀ ਹੈ ਬਹੁਤ ਹੀ ਪੜ੍ਹੀ ਲਿਖੀ ਅਤੇ ਸੋਹਣੀ ਹੈ। ਉਸ ਦਾ ਮੰਨਣਾ ਹੈ ਕਿ ਇੰਨੀ ਸੋਹਣੀ ਧੀ ਨਾਲ ਅਤੇ ਪੜ੍ਹੀ ਲਿਖੀ ਨਾਲ ਕੋਈ ਵਿਦੇਸ਼ੀ ਕਿਉਂ ਨਹੀਂ ਵਿਆਹ ਕਰਵਾਏਗਾ। ਪਰ ਇਸ ਦਾ ਕਾਰਨ ਦੂਸਰਾ ਕਾਰਨ ਇਹ ਵੀ ਹੈ ਕਿ ਉਹ ਆਪ ਵੀ ਵਿਦੇਸ਼ ਜਾਣ ਦਾ ਚਾਹਵਾਨ ਹੈ ਕਿ ਆਪਣੀ ਧੀ ਨੂੰ ਵਿਦੇਸ਼ ਵਿੱਚ ਵਿਆਹੁਣ ਤੋਂ ਬਾਅਦ ਉਹ ਖੁਦ ਵੀ ਉੱਥੇ ਜਾ ਕੇ ਰਹੇਗਾ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਜਾਣੀ ਕਿ ਮੁੰਡਿਆਂ ਨੂੰ ਵੀ ਨਾਲ ਲੈ ਕੇ ਜਾਏਗਾ। ਉਸ ਨੂੰ ਵੀ ਵਿਦੇਸ਼ ਵਿੱਚ ਰਹਿਣ ਦਾ ਬਹੁਤ ਸ਼ੌਕ ਹੈ। ਫਿਰ ਉਸ ਦੇ ਘਰ ਇੱਕ ਲੜਕਾ ਦੇਖਣ ਆਉਂਦਾ ਹੈ ਜੋ ਕੈਨੇਡਾ ਦਾ ਹੁੰਦਾ ਹੈ। ਉਸ ਦੀ ਉਮਰ 40 ਸਾਲ ਦੀ ਹੈ। ਪਹਿਲੇ ਤਾਂ ਉਹ ਥੋੜ੍ਹਾ ਜਿਹਾ ਆਨਾਕਾਨੀ ਕਰਦਾ ਹੈ ਕਿ ਉਸ ਲੜਕੇ ਦੀ ਉਮਰ ਬਹੁਤ ਜ਼ਿਆਦਾ ਹੈ ਅਤੇ ਮੇਰੀ ਧੀ ਦੀ ਇੰਨੀ ਉਮਰ ਨਹੀਂ ਹੈ। ਉਹ ਨਾ ਨੁੱਕਰ ਜਿਹੀ ਕਰਦਾ ਹੈ, ਪਰ ਜੋ ਵਿਚੋਲਾ ਹੁੰਦਾ ਹੈ ਉਸ ਨੂੰ ਦਬਾਅ ਪਾ ਕੇ ਉਸਨੂੰ ਹਾਂ ਕਰਵਾ ਦਿੰਦਾ ਹੈ ਕਿ ਲੜਕੇ ਤਾਂ ਵਿਦੇਸ਼ੀ ਲੜਕੇ ਜੋ ਬਾਹਰ ਜਾਂਦੇ ਹਨ ਉਹਨਾਂ ਦੀ ਉਮਰ ਤਾਂ ਉੱਥੇ ਤਰੱਕੀ ਕਰਨ ਵਿੱਚ ਹੀ ਬੀਤ ਜਾਂਦੀ ਹੈ। ਫਿਰ ਪਰ ਰਾਣੀ ਸੀ ਜੋ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਉਹ ਆਪਣੇ ਪਿਤਾ ਨੂੰ ਜਿੱਦ ਕਰਦੀ ਹੈ ਕਿ ਉਹ ਇੱਥੇ ਵਿਆਹ ਨਹੀਂ ਕਰਵਾਵੇਗੀ। ਉਹ ਅਖਬਾਰਾਂ ਵਿੱਚ ਅਤੇ TV ਵਿੱਚ ਸੁਣਦੀ ਰਹਿੰਦੀ ਸੀ ਕਿ ਕੈਨੇਡਾ ਦੇ ਜਾਂ ਬਾਹਰੋਂ ਆਏ ਵਿਦੇਸ਼ੀ ਇੱਥੋਂ ਦੀ ਭੋਲੀ ਭਾਲੀ ਲੜਕੀਆਂ ਨਾਲ ਵਿਆਹ ਕਰਾ ਕੇ ਚਲੇ ਜਾਂਦੇ ਹਨ ਅਤੇ ਦਹੇਜ ਲੈ ਜਾਂਦੇ ਹਨ ਅਤੇ ਉੱਥੇ ਜਾ ਕੇ ਉਸਨੂੰ ਛੱਡ ਦਿੰਦੇ ਹਨ ਜਾਂ ਮਾਰ ਦਿੰਦੇ ਹਨ। ਉਹ ਆਪਣੇ ਪਿਤਾ ਅੱਗੇ ਜਿੱਦ ਕਰਦੀ ਹੈ ਕਿ ਉਹ ਵਿਦੇਸ਼ ਵਿੱਚ ਵਿਆਹ ਨਹੀਂ ਕਰਾਵੇਗੀ ਅਤੇ ਜੇ ਤੁਸੀਂ ਨਾ ਮੰਨੇ ਤਾਂ ਉਹ ਖੂਹ ਵਿੱਚ ਛਾਲ ਮਾਰ ਕੇ ਮਰ ਜਾਵੇਗੀ। ਪਿਤਾ ਨੇ ਉਸਨੂੰ ਪਿਆਰ ਕੀਤਾ, ਉਸਨੂੰ ਬੇਫਿਕਰ ਹੋਣ ਲਈ ਕਿਹਾ ਕਿ ਉਹ ਤੈਨੂੰ ਇਸ ਵਿਦੇਸ਼ ਵਿੱਚ ਵਿਆਹ ਕਰਾਉਣ ਲਈ ਤੰਗ ਨਹੀਂ ਕਰੇਗਾ। ਕਹਾਣੀਕਾਰ ਨੇ ਫਿਰ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ, ਆਪਣੀ ਧੀ ਤੋਂ ਮਾਫ਼ੀ ਮੰਗੀ ਕਿ ਉਹ ਇਸ ਬੁੜੇ ਨਾਲ ਰਿਸ਼ਤਾ ਉਸਦਾ ਨਹੀਂ ਕਰੇਗਾ। ਅਤੇ ਇਸ ਤਰ੍ਹਾਂ ਹੀ ਫਿਰ ਕਹਾਣੀਕਾਰ ਸੋਚਦਾ ਸੀ ਕਿ ਕੁੜੀ ਦੇ ਬਹਾਨੇ ਉਹ ਵਿਦੇਸ਼ ਵਿੱਚ ਭੇਜੇਗਾ, ਆਪ ਜਾਏਗਾ, ਪਰ ਫਿਰ ਉਸ ਦੀ ਸੋਚ ਗਲਤ ਸੀ। ਪਰ ਫਿਰ ਉਸਨੇ ਸੋਚਿਆ ਕਿ ਜ਼ਮੀਨਾਂ ਹੁੰਦਿਆਂ ਵੀ ਲੋਕ ਆਪਣੀ ਧੀਆਂ ਨੂੰ ਬਾਹਰ ਕਿਉਂ ਵਿਆਹੁੰਦੇ ਹਨ ਅਤੇ ਕਹਿੰਦੇ ਹਨ ਕਿ ਧੀਆਂ ਨੂੰ ਆਪਣੇ ਦੇਸ਼ ਵਿੱਚ ਵਿਆਹੋ ਅਤੇ ਇੱਥੇ ਹੀ ਸੈੱਟ ਹੋਣ ਲਈ ਉਹਨਾਂ ਨੂੰ ਸਿੱਖਿਆ ਦਿਓ। ਅਖਬਾਰਾਂ ਵਿੱਚ ਹੋਏ ਧੋਖੇ ਫਰੇਬ ਨਾਲ ਅਤੇ ਫਰਜ਼ੀ ਵਿਆਹਾਂ ਦੀ ਖਬਰਾਂ ਸੁਣ ਕੇ ਕਹਾਣੀਕਾਰ ਦੇ ਦਿਮਾਗ ਦੇ ਕਪਾਟ ਯਾਨੀ ਕਿ ਦਿਮਾਗ ਦੇ ਜੋ ਪਰਦੇ ਖੁੱਲ੍ਹ ਗਏ ਅਤੇ ਉਹ ਆਪਣੀ ਧੀ ਨੂੰ ਪਰਦੇਸ ਨਾ ਭੇਜਣ ਦਾ ਪ੍ਰਣ ਲੈਂਦਾ ਹੈ ਅਤੇ ਆਪਣੀ ਧੀ ਨੂੰ ਫਿਕਰ ਨਾ ਕਰਨ ਲਈ ਕਹਿੰਦਾ ਹੈ। ਸੋ ਸਟੂਡੈਂਟਸ, ਦਿਸ ਇਜ਼ ਆਰ ਸਟੋਰੀ ਪਰਦੇਸ ਤੂੰ ਨਾ ਤੋਰੀ ਬਾਬਲਾ। Read the story very carefully. Thank you.